गुरु रू प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी की एक अमोलक लिखत है, सिੱਖੀ सौखी ते सिੱਖੀ औखी। पिछले भाग विच असी पढ़िया सी कि सिੱਖੀ औखी क्यों है। इस लिखत दे पहले हिस्से विच उन्हां महापुरखां गुरमुख प्यारियां दा जिक्र है जिन्हां ने पिछले लेख विच जिहड़ा प्रेम घुट दी गल कीती सी, जिन्हां ने उस प्रेम नूं प्राप्त कर लिया है। दूसरे हिस्से विच साडी अवस्था दा वर्णन है कि किवें असी कोलू दी बैल दी तरह जीवन बतीत करदे हां ते संसार सागर विच गोते खांदे हां। तीसरे हिस्से विच कि किवें सतगुरु मेहर करके सानू गोते खांदियां नूं भव सागर तो कढ के ਉਹ महापुरख जिन्हां ने प्रेम नूं प्राप्त कीता है उन्हां दी चरनी लाउंदे ते मुड़ जी दान बख्शदे हन ते जी दान नूं प्राप्त करके फिर गुरु दे आशे अनुसार जीवन नूं ढालना, इस नुकते तो भी सिੱਖੀ औखी है। आओ प्यार नाल सरवण करिए जी। संसार सागर ਉਹ अडोल निरोल दैवी रूह जिहड़ी हुणे ही आई है, जद संसार माया नाल संग कर संग आउंदी है तद इस मात लोक दी चढ़ फबदी है। मात लोकी अखरां वाले आखदे हन ਉਹ ਵੱਡਾ ਆਦਮੀ ਜਾਂ ਵੱਡੀ ਇਸਤਰੀ, ਉਹ ਮਹਾਤਮਾ ਪੁਰਸ਼ ਆਏ ਜੋ ਦੁਨੀਆ ਇਸ ਰੂਹ ਦੇ ਇੱਥੇ ਜੁੜ ਜਾਣ ਨਾਲ ਸੋਹਣੀ ਪਈ ਲੱਗਦੀ ਹੈ। ਇਹਦਾ ਵਾਦਾ ਹੋਣ ਦਾ ਪ੍ਰਤੀਤ ਹੁੰਦਾ ਹੈ। ਮਾਤ ਲੋਕੀ ਸਭਿਅਤਾ ਤਰੱਕੀ ਕਰਦੀ ਦੀਦੀ ਹੈ। ਇਸ ਮਾਤ ਲੋਕ ਦਾ ਇਤਿਹਾਸ ਤਾਂ ਇਹਨਾਂ ਰੂਹਾਂ ਦਾ ਜੀਵਨ ਚਰਿੱਤਰ ਦਾ ਪਰਛਾਵਾਂ ਹੈ। ਇਸ ਰੂਹ ਦੇ ਇਸ ਤਰ੍ਹਾਂ ਸੰਗ ਹੋ ਜਾਣ ਨਾਲ ਮਾਤ ਲੋਕ ਦੀ ਸਭਿਅਤਾ ਦਾ ਇੱਕ ਨਵਾਂ ਜ਼ਮਾਨਾ ਵੀ ਆ ਜਾਂਦਾ ਹੈ। ਸਾਰਾ ਸੰਸਾਰ ਸਵਾਦ ਵਿੱਚ ਹਾਏ ਹਾਈ ਕਰਨ ਲੱਗ ਜਾਂਦਾ ਹੈ। ਹਾਏ ਕਿਆ ਸੋਹਣਾ, ਹਾਏ ਕਿਹੀ ਸੋਹਣੀ, ਹਾਏ ਕਿਆ ਸਿਆਣਾ, ਹਾਏ ਕਿਹੀ ਸਿਆਣੀ, ਹਾਏ ਕਿਆ ਮਿੱਠਾ ਬੋਲ ਤੇ ਹਾਏ ਕਈ ਮਿੱਠੀ ਬੋਲੀ। ਬਸ ਤਾਰੀਫ ਕਰ ਕਰਕੇ ਹੀ ਮਰ ਜਾਂਦੇ ਹਨ। ਦੇਖ ਦੇਖ ਰੱਜਦੇ ਨਹੀਂ, ਪੂਜਾ ਕਰ ਕਰਕੇ ਹਟਦੇ ਨਹੀਂ। ਇਹਨਾਂ ਰੂਹ ਤੇ ਵਿਕ ਜਾਂਦੇ ਹਨ। ਜ਼ਮਾਨੇ ਦੇ ਨਾਮ ਇਹਨਾਂ ਨਾਮਾਂ ਪਰ ਰੱਖਦੇ ਚਲੇ ਜਾਂਦੇ ਹਨ। ਜਦ ਇੱਕ ਇਹੋ ਜਿਹੀ ਉੱਚੀ ਰੂਹ ਸਰੀਰ ਦੀ ਸੁੰਦਰਤਾ ਵਿੱਚ ਜੁੜੇ ਤਦ ਸੁੰਦਰਤਾ ਦਾ ਕਮਾਲ, ਹਾਂਜੀ, ਤੇ ਨਵਾਂ ਕਮਾਲ ਸੰਸਾਰ ਪਰ ਆਉਂਦਾ ਹੈ। ਪ੍ਰਭਾਤ ਮਾਤ ਆਉਂਦੀ ਤੇ ਫੁੱਲ ਮਾਤ ਹੁੰਦੇ ਹਨ। ਚੰਦ ਸੂਰਜ ਦੀ ਸੁੰਦਰਤਾ, ਕੁਦਰਤ ਦੀ ਸੁੰਦਰਤਾ, ਇਸ ਮਨੁੱਖ ਦੇਹੀ ਦੀ ਸੁੰਦਰਤਾ ਦੇ ਸਾਹਮਣੇ ਮਾਤ ਆਉਂਦੀ ਹੈ। ਇਸ ਸੁੰਦਰਤਾ ਨੂੰ ਯੂਨਾਨ ਵਾਲੇ ਪੂਜਣ ਲੱਗੇ। ਪੱਥਰਾਂ ਵਿੱਚ ਉਹਨਾਂ ਦੇ ਚਿੱਤਰਕਾਰੀ ਮਨਾਂ ਨੇ ਇਹਨਾਂ ਨੂੰ ਜੜਿਆ। ਇਹਨਾਂ ਬੁੱਤਾਂ ਅੱਗੇ ਸਜਦੇ ਸ਼ੁਰੂ ਹੋਏ। ਕੁਦਰਤ ਦੇ ਨਜ਼ਾਰੇ ਭੁੱਲ ਗਏ। ਯੂਨਾਨ ਵਾਲਿਆਂ ਨੇ ਤਾਂ ਸੰਗੇ ਮਰਮਰ ਘੜਿਆ ਤੇ ਇੱਕ ਜੱਟ ਪੰਜਾਬੀ ਕਵੀ ਨੇ ਕਹੀ ਸੋਹਣੀ ਦੋ ਸਤਰੀ ਕਵਿਤਾ ਵਿੱਚ ਬੁੱਤ ਬਣਾਇਆ ਹੈ। ਦੰਦ ਚਿੱਟੇ ਪਰ ਵੱਟੇ ਨਹੀਂ ਕਾਲੇ, ਅਜਬ ਗੋਰੀ ਦੀਆਂ ਅੱਖਾਂ। ਹਾਂਜੀ, ਦੁਨੀਆ ਵਾਲਿਆਂ ਨੂੰ ਅਰਸ਼ੀ ਚੀਜ਼ ਜੇ ਲੱਭ ਪਈ, ਚੰਗੀ ਚੰਗੀ ਆਪੇ ਹੋਈ। ਇਹ ਤਾਂ ਮਾਤ ਲੋਕੀ ਜੀਵਨ ਦਾ ਗਹਿਣਾ ਹੋਈ। ਕਾਲੀਦਾਸ ਜੀ ਨੇ ਸਰੀਰਕ ਸੁੰਦਰਤਾ ਨੂੰ ਬਸ ਇਉਂ ਹੀ ਅਨੁਭਵ ਕੀਤਾ ਹੈ। ਅਰਸ਼ ਥੀ ਉਰਵਸ਼ੀ ਤੇ ਸ਼ਕੁੰਤਲਾ ਲਾ ਕੇ ਮਨੁੱਖੀ ਮਾਸ ਵਿੱਚ ਉਹ ਅਰਸ਼ੀ ਰੰਗ ਸੰਗ ਕੀਤੇ ਸੁੰਦਰਤਾ ਸਰੀਰਕ ਹੋ ਗਈ। ਹਾਂਜੀ, ਸੱਚ ਹੈ, ਸੱਚੀ ਸੁੰਦਰਤਾ ਤਾਂ ਧੁਰੋਂ ਆਉਂਦੀ ਹੈ, ਹੱਥ ਲਾਇਆ ਮੈਲੀ ਹੁੰਦੀ ਹੈ। ਪਰ ਦੁਨੀਆ ਦੀ ਤਾਂ ਧੰਨ ਧੰਨ ਹੋਈ। ਕੋਈ ਸੜਿਆ, ਕੋਈ ਆਸ਼ਕ ਹੋਇਆ, ਕਿਸੇ ਪੂਜਾ ਕੀਤੀ, ਕਿਸੇ ਤਲਵਾਰ ਪਕੜ ਸੋਹਣੀ ਕੋ ਸੁੱਟੀ। ਪਰ ਇਹ ਤਾਂ ਮੇਰੇ ਸਤਿਗੁਰੂ ਨੂੰ ਪਿਆਰ ਕਰਨ ਵਾਲਾ ਰੂਹ ਪਤਾ ਕਿਸੇ ਘੁਮੇਟੇ ਵਿੱਚ ਆ ਕੇ ਮਿੱਟੀ ਦੇ ਗੜ ਵਿੱਚ ਆਣ ਕੈਦ ਹੋਇਆ। ਤੇ ਜੇ ਕਿਹਾ ਜੀ ਰੂਹ ਅਕਲ ਵਿੱਚ ਆਣ ਸੰਗ ਹੋਵੇ ਤਦ ਬਸ ਦੁਨੀਆ ਵਿੱਚ ਅਕਲ ਦਾ ਕਮਾਲ ਆਇਆ। ਪਿਛਲੇ ਰਿਸ਼ੀ ਮੁਨੀ ਅਕਲ ਮਾਤ ਹੋਏ, ਨਈ ਅਕਲ ਸੰਸਾਰ ਵਿੱਚ ਪੈਦਾ ਹੋਈ। ਪੂਜਾ ਆਪਣੀ ਆਪਣੇ ਨਾਲ ਲੈ ਕੇ ਆਈ। ਇਸ ਅਕਲ ਨਾਲ ਤਾਰਿਆਂ ਅੱਖਾਂ ਚਮਕਾ ਚਮਕਾ ਗੱਲਾਂ ਕੀਤੀਆਂ। ਕੁਦਰਤ ਨੇ ਨਏ ਨਏ ਭੇਦ ਦੱਸੇ। ਅਕਲ ਵੱਡੀ ਹੋਈ। ਦੁਨੀਆ ਭਰ ਨੇ ਸਿਰ ਨਿਵਾ ਦਿੱਤਾ। ਅਕਲਾਂ ਦੀਆਂ ਹੱਦਾਂ ਬੇਹੱਦਾਂ ਹੋ ਗਈਆਂ।
ਇਸ ਰੂਹ ਨੇ ਆਪਣੀ ਸੁਰਤ ਨੂੰ ਕੁਦਰਤ ਦੇ ਪੱਥਰਾਂ, ਤਾਰਿਆਂ, ਆਕਾਸ਼ਾਂ, ਹਵਾਵਾਂ ਤੇ ਨਛੱਤਰਾਂ ਮੰਡਲਾਂ ਵਿੱਚ ਆਣ ਟੁੰਗਿਆ। ਉਹਦਾ ਪ੍ਰਣਾਮ ਪਦਾਰਥਕ ਗਿਆਨ, ਉਹ ਮੇਰੇ ਯਾਰ ਦਾ ਰੁਤਬਾ ਚੜ ਦਰਜਾ ਉੱਪਰ ਹੋਇਆ। ਮਸ਼ਹੂਰੀ ਹੋਈ, ਬਿਜਲੀਆਂ ਜਗ ਗਈਆਂ, ਗਲੀ ਗਲੀ ਰੋਸ਼ਨੀ ਹੋਈ, ਪਰ ਹਾਏ ਰੂਹ ਹੋਰਨਾਂ ਨੂੰ ਚਾਨਣ ਦੇ ਆਪ ਹਨੇਰਾ ਹੋਈ। ਬਾਹਰ ਤਾਂ ਬਿਜਲੀ ਜਗੀ ਤੇ ਅੰਦਰ ਹਨੇਰਾ। ਇਸ ਬਦਕਿਸਮਤੀ ਨੂੰ ਮਾਤ ਲੋਕੀ ਅਕਲ ਨੇ ਬੜੇ ਭਾਗ ਜਾਣੇ। ਹਾਂਜੀ, ਮਸ਼ਹੂਰੀ ਹੋਈ, ਬਿਜਲੀਆਂ ਜਗ ਗਈਆਂ, ਗਲੀ ਗਲੀ ਰੋਸ਼ਨੀ ਹੋਈ, ਪਰ ਹਾਏ ਰੂਹ ਹੋਰਨਾਂ ਨੂੰ ਚਾਨਣਾ ਦੇ ਆਪ ਹਨੇਰਾ ਹੋਈ। ਬਾਹਰ ਤਾਂ ਬਿਜਲੀ ਜਗੀ ਤੇ ਅੰਦਰ ਹਨੇਰਾ। ਇਸ ਬਦਕਿਸਮਤੀ ਨੂੰ ਮਾਤ ਲੋਕੀ ਅਕਲ ਨੇ ਬੜੇ ਭਾਗ ਜਾਣੇ। ਬੜੇ ਸੁਹਾਗ ਟਿੱਕੇ ਲਾਏ, ਵਿਆਹ ਰਚਾਏ, ਕੁੜੀਆਂ ਆਨ ਗਵਾਈਆਂ, ਭਾਜੀਆਂ ਵੰਡੀਆਂ, ਜੰਝ ਆਈ, ਵਿਆਹ ਵਾਲੀ ਕੁੜੀ ਫੁੱਲਾਂ ਲੱਦੀ ਸਜੀ, ਸਭ ਤਿਆਰੀ ਹੋਈ, ਪਰ ਮਹਾਰਾਜ ਵਿੱਚ ਨਹੀਂ। ਇਹ ਪ੍ਰਣਾਮ ਰੂਹ ਦੇ ਅਕਲ ਵਿੱਚ ਸੰਗ ਹੋ ਜਾਣ ਦਾ ਹੋਇਆ। ਸਭ ਕੁਝ ਹੋਇਆ, ਪਰ ਤੱਕੋ ਨਾ, ਕੁਝ ਵੀ ਨਾ ਹੋਇਆ। ਸਾਰਾ ਨਜ਼ਾਰਾ ਅਣਹੋਇਆ ਦਿਸਿਆ। ਇਹ ਮਾਤ ਲੋਕ ਅਕਲ ਦੀ ਮੂਰਤ ਹੈ। ਖੂਹ ਇਸ ਅਕਲ ਦੇ ਸਦਾ ਹੀ ਖਾਲੀ ਰਹੇ। ਪਰ ਰੂਹ ਨੂੰ ਇਹ ਖੇਡਾਂ ਤਦ ਤੱਕ ਚੰਗੀਆਂ ਲੱਗਦੀਆਂ ਹਨ ਤੇ ਤਦ ਤੱਕ ਇਸ ਸੰਗ ਹੋਣ ਨੂੰ ਰੰਗ ਮੰਨਦੀ ਹੈ ਜਦ ਤੱਕ ਪ੍ਰੀਤਮ ਜੀ ਦਾ ਬਾਣ ਆਣ ਕੇ ਨਹੀਂ ਲੱਗਾ। ਜਦ ਬਾਣ ਲੱਗੇ ਤਦ ਰੂਹ ਨੂੰ ਜਾ ਵਿੰਦਾ ਹੈ। ਹਾਂਜੀ, ਇਹਨਾਂ ਅਕਲੀ ਖੇਡਾਂ ਬਾਬਤ ਕਿਆ ਸੋਹਣਾ ਵਿਚਾਰ ਹੈ। ਪਰ ਰੂਹ ਨੂੰ ਇਹ ਖੇਡਾਂ ਤਦ ਤੱਕ ਚੰਗੀਆਂ ਲੱਗਦੀਆਂ ਹਨ ਤੇ ਤਦ ਤੱਕ ਇਸ ਸੰਗ ਹੋਣ ਨੂੰ ਰੰਗ ਮੰਨਦੀ ਹੈ ਜਦ ਤੱਕ ਪ੍ਰੀਤਮ ਜੀ ਦਾ ਬਾਣ ਆਣ ਕੇ ਨਹੀਂ ਲੱਗਾ। ਜਦ ਬਾਣ ਲੱਗੇ ਤਦ ਰੂਹ ਨੂੰ ਜਾ ਵਿੰਦਾ ਹੈ। ਸਰੀਰ ਨੂੰ ਨਹੀਂ ਲੱਗਦਾ, ਮਨ ਨੂੰ ਨਹੀਂ ਲੱਗਦਾ। ਇਹਨਾਂ ਕੱਪੜੇ ਰੂਪੀ ਢੱਕਣਾ ਨੂੰ ਸਤਿਗੁਰੂ ਦਾ ਬਾਣ ਬਾਹਰ ਹੀ ਛੋੜ ਕੇ ਧੁਰ ਅੰਦਰ ਰੂਹ ਨੂੰ ਜਾ ਲੱਗਦਾ ਹੈ। ਓਹੋ ਹੇ, ਅਸੀਂ ਕਿਹੜੀ ਉਪਾਧੀ ਵਿੱਚ ਫਸੇ ਹਾਂ? ਸਾਡਾ ਕੰਮ ਕੀ ਸੀ? ਅਸੀਂ ਕੀਤਾ ਕੀ? ਅਸੀਂ ਆਏ ਕਿਸ ਵਾਸਤੇ? ਹੁਣ ਜਾਵਾਂਗੇ ਕਿਸ ਮੂੰਹ ਨਾਲ? ਆਪਣੇ ਸਤਿਗੁਰ ਪਾਸ ਉਹ ਸਾਡੀ ਕੀ ਜ਼ਾਤ ਹੈ? ਅਸੀਂ ਕਿੰਨੇ ਜਨਮ ਗਵਾਏ? ਸਤਿਗੁਰੂ ਨੂੰ ਕਿਹੜਾ ਮੂੰਹ ਦੱਸਾਂਗੇ? ਹਾਏ। ਹਾਂਜੀ, ਜਦੋਂ ਸਤਿਗੁਰੂ ਦਾ ਬਾਣ ਲੱਗਦਾ ਹੈ ਕੀ ਹਾਲਤ ਹੁੰਦੀ ਹੈ? ਫਿਰ ਦੁਹਰਾ ਦੇਈ। ਓਹੋ ਹੇ, ਅਸੀਂ ਕਿਹੜੀ ਉਪਾਧੀ ਵਿੱਚ ਫਸੇ ਹਾਂ? ਸਾਡਾ ਕੰਮ ਕੀ ਸੀ? ਅਸੀਂ ਕੀਤਾ ਕੀ? ਅਸੀਂ ਆਏ ਕਿਸ ਵਾਸਤੇ? ਹੁਣ ਜਾਵਾਂਗੇ ਕਿਸ ਮੂੰਹ ਨਾਲ? ਆਪਣੇ ਸਤਿਗੁਰ ਪਾਸ ਉਹ ਸਾਡੀ ਕੀ ਜ਼ਾਤ ਹੈ? ਅਸੀਂ ਕਿੰਨੇ ਜਨਮ ਗਵਾਏ? ਸਤਿਗੁਰੂ ਨੂੰ ਕਿਹੜਾ ਮੂੰਹ ਦੱਸਾਂਗੇ? ਹਾਏ, ਕੀ ਜੀਵਨ ਦਾ ਆਖਰੀ ਤਤਪਰਜ ਇਹ ਹੀ ਹੈ ਕਿ ਅਸੀਂ ਚਰੀਏ ਚਰਾਈਏ, ਅਸੀਂ ਜੰਮਦੇ ਬੱਕਰੇ ਪਲੀਏ ਤੇ ਪਾਲੀਏ, ਖਾਈਏ ਬਲ ਵਧਾਉਣ ਨੂੰ ਤੇ ਵਧੇ ਬਲ ਨੂੰ ਖਰਚ ਕਰੀਏ ਖਾਣਾ ਇਕੱਠਾ ਕਰਨ ਨੂੰ, ਤੇ ਇਕੱਠਾ ਕਰ ਫਿਰ ਖਾਈਏ ਬਲ ਵਧਾਉਣ ਨੂੰ, ਤੇ ਜੇ ਗਿਆਨ ਵਧਾਈਏ ਤਾਂ ਸਰੀਰ ਨੂੰ ਸੁਖੀ ਕਰੀਏ। ਆਖਰ ਮਰਨ ਨੂੰ ਇਹ ਕੋਲੂ ਦੇ ਬੈਲ ਦਾ 84 ਦੇ ਚੱਕਰ ਦੇ ਗੇੜੇ ਦੀ ਜਦ ਯਾਦ ਆਈ ਤਾਂ ਗੁਰਮੁਖ ਰੂਹ ਕੰਬ ਉੱਠੀ, ਹੱਥ ਜੋੜ ਲਏ, ਦੁਨੀਆ ਭੁੱਲ ਗਈ। ਸਤਿਗੁਰੂ ਪਿਆਰੇ ਦਾ ਤੀਰ ਸਾਹਮਣੇ ਛਿੱਕ ਕੱਢ ਰੱਖਿਆ ਤੇ ਉਹਨਾਂ ਦਾ ਪੱਤਰ ਖੋਲ ਪੜਿਆ। ਲਿਖਿਆ ਸੀ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਉਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਰਹਾਓ, ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹु ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਹਾਏ ਮੈਂ ਕੀ ਕੀਤਾ? ਹਾਏ ਮੈਂ ਕੀ ਕੀਤਾ? ਦੁਨੀਆ ਦੀ ਸੋਹਣੀ ਕਿਸ਼ਤੀ ਤੱਕ, ਹਾਏ ਰੰਗੀਲੀ ਕਿਸ਼ਤੀ ਤੇ ਭੁੱਲ, ਸੰਸਾਰ ਸਾਗਰ ਥੀ ਪਾਰ ਹੋਣ ਵਾਸਤੇ ਬਹਿ ਗਿਆ। ਵਿੱਚ ਬੈਠੇ ਮੇਰੇ ਮਾਤ ਲੋਕੀ ਮਾਂ ਤੇ ਬਾਪ,
ਭੈਣ ਤੇ ਭਰਾ, ਪੁੱਤਰ ਤੇ ਵੋਟੀ, ਤੇ ਵਿੱਚ ਰੱਖਿਆ ਸੋਨਾ ਤੇ ਚਾਂਦੀ। ਮੁੱਠ ਕੱਢੀ ਮਾਂ ਨੂੰ ਦਿੱਤੀ, ਮੁੱਠ ਭਰੀ ਪਿਓ ਨੂੰ ਦਿੱਤੀ, ਮੱਥਾ ਟੇਕਿਆ। ਭੈਣਾਂ ਤੋਂ ਵਾਰੀ ਗਿਆ, ਜਦ ਗੱਭਰੂ ਹੋਇਆ ਵੋਟੀ ਦੇ ਬੈਰਾਗ ਵਿੱਚ ਰੋਇਆ। ਅਸਮਾਨ ਥੀ ਤਾਰੇ ਲਾ ਸਜ ਵਿਆਈ ਵੋਟੀ ਦੀ ਡੋਲੀ ਉੱਪਰੋਂ ਘੁਮਾ ਵਾਰੇ। ਮੂਲ ਜੋ ਨਹੀਂ ਸੀ ਦਿੱਤਾ, ਹੱਥ ਪਾ ਤਾਰੇ ਸਾਰੇ ਆਂਦੇ ਸਨ। ਵੋਟੀ ਤੋਂ ਵਾਰੀ ਗਿਆ, ਦੁਨੀਆ ਸਾਰੀ ਭੁੱਲ ਗਈ। ਮਾਂ ਬਾਪ ਯਾਦ ਨਾ ਰਹੇ, ਵੋਟੀ ਦਿਸਣ ਲੱਗੀ। ਫਿਰ ਪੁੱਤਰਾਂ ਦੇ ਮੂੰਹ ਤੱਕੇ, ਚੁੰਮੇ ਚੁੰਮ ਖੁਸ਼ ਹੋਇਆ। ਪਰ ਟੁਰਨ ਵੇਲੇ ਇਹ ਯਾਦ ਨਾ ਰਿਹਾ ਕਿ ਮਲਾਹ ਕਿਸ਼ਤੀ ਦੇ ਨਾਲ ਕੋਈ ਨਹੀਂ ਚੜਿਆ। ਕਿਸ਼ਤੀ ਪਾਗਲ ਹੋਈ ਹਵਾ ਨਾਲ ਟੁਰ ਰਹੀ ਹੈ। ਤੇ ਹਾਏ, ਹੋਸ਼ ਇਤਨੀ ਮਾਰੀ ਗਈ ਕਿ ਇਹ ਵੀ ਨਾ ਤੱਕਿਆ ਕਿ ਕਿਸ਼ਤੀ ਮਿੱਟੀ ਕੱਚੀ ਦੀ ਬਣੀ ਹੈ। ਲੱਕੜ, ਸੋਨਾ, ਲੋਹਾ ਤੇ ਚਾਂਦੀ ਹੀ ਦਿਸਦੇ ਸਨ। ਕੀ ਪਤਾ ਸੀ ਕਿ ਕਿਸ਼ਤੀ ਮਿੱਟੀ ਕੱਚੀ ਦੀ ਹੈ। ਸੋਹਣੀ ਨੂੰ ਤਾਂ ਪਤਾ ਲੱਗ ਗਿਆ ਸੀ, ਉਹ ਚੰਨਾ ਵੀ ਤਾਂ ਕਿਸੇ ਦੀ ਪ੍ਰੀਤ ਵਿੱਚ ਠਿੱਲੀ ਸੀ। ਮੈਨੂੰ ਤਾਂ ਕਿਸ਼ਤੀ ਨੇ ਭੁਲਾ ਲਿਆ। ਉਹ ਸੰਸਾਰ ਸਾਗਰ, ਉਹ ਨਾ ਆਰ ਨਾ ਪਾਰ। ਉਹ ਠੰਡੀਆਂ ਖੂਨੀ ਠਾਠਾਂ, ਉਹ ਅੱਧੀ ਰਾਤ ਦਾ ਹਨੇਰਾ। ਤੇ ਹਾਏ, ਉਹ ਮੇਰੀ ਸੋਹਣੇ ਰੰਗ ਵਾਲੀ ਕਿਸ਼ਤੀ ਅੱਧ ਵਿੱਚ ਆਣ ਟੁੱਟੀ। ਹਾਏ, ਹੁਣ ਮੈਂ ਲੁੱਟੀ। ਹਾਏ, ਹੁਣ ਮੈਂ ਨਾ ਆਰ ਦੀ ਨਾ ਪਾਰ ਦੀ। ਕਾਲਾ ਪਾਣੀ, ਮੌਤ ਸਾਹਮਣੇ। ਹਾਏ, ਹੁਣ ਮੈਂ ਕੰਬਿਆ। ਮੌਤ ਥੀ ਡਰ ਲੱਗਾ। ਮਰਨ ਤੇ ਜੀ ਨਹੀਂ ਕਰਦਾ, ਪਰ ਹੁਣ ਕੌਣ ਬੇਲੀ ਹੋਵੇ। ਮਾਤ ਲੋਕੀ ਮਾਂ ਬਾਪ ਤਾਂ ਆਪ ਵੀ ਉਸੇ ਡਰਾਵਣੀ ਭਿਆਨਕ ਹਾਲਤ ਵਿੱਚ ਹਨ। ਉਹ ਮੇਰੀ ਪਿਆਰੀ ਵੋਟੀ ਨੂੰ ਠਾਠਾਂ ਖਾਣ ਆਈਆਂ ਤੇ ਮੈਨੂੰ ਉਹ ਯਾਦ ਹੀ ਨਹੀਂ ਰਹੀ ਤੇ ਉਸਨੂੰ ਮੈਂ ਯਾਦ ਨਾ ਰਿਹਾ। ਆਪੋ ਆਪਣੀ ਪਈ, ਉਹ ਮੈਂ ਕੂਕ ਸੁਣਾਵਾਂ। ਹੁਣ ਕੋਈ ਨਾ ਬੇਲੀ। ਇਹ ਸੰਸਾਰ ਦਾ ਚਲਾਵਾ ਕੰਮ ਜਿਹੜਾ ਅਸੀਂ ਬਿਨਾਂ ਸੋਚੇ ਅੰਨ੍ਹਿਆਂ ਬੋਲਿਆਂ ਵਾਂਗੂ ਵਾਹਨੇ ਹਾਂ, ਇਹ ਸਾਡੀਆਂ ਕਾਗਜ਼ ਕਿਸ਼ਤੀਆਂ ਅੱਜ ਵੀ ਡੁੱਬੀਆਂ ਤੇ ਕੱਲ ਵੀ ਡੁੱਬੀ। ਉਹ ਗਲ ਗਿਆ, ਹੁਣ ਟੁੱਟ ਗਈਆਂ। ਉਹ ਪੂਰਾਂ ਦੇ ਪੂਰ ਲਹਿਰਾਂ ਉੱਪਰ ਟਿੱਠੇ। ਸੰਸਾਰ ਸਾਗਰ ਦੀਆਂ ਭੁੱਖੀਆਂ ਕਾਲੀਆਂ ਨਾਗਨੀਆਂ ਗਲੇ ਫਟੀਆਂ ਕਾਲ ਲਹਿਰਾਂ ਆਈਆਂ। ਹੁਣ ਤਾਂ ਖਾ ਹੀ ਜਾਸਨ। ਇਹ ਦੁੱਖ ਦਾ ਸਮੁੰਦਰ, ਇਹ ਭੁੱਖ ਦਾ ਮੌਤ ਦਾ ਮੂੰਹ। ਚੀਕਾਂ ਉੱਠੀਆਂ, ਕੋਈ ਬਚਾਵੇ, ਕੋਈ ਬੋਹੜੇ, ਕੋਈ ਸਾਡੀ ਰੱਖਿਆ ਕਰੇ। ਸਮੁੰਦਰ ਦੀਆਂ ਠਾਠਾਂ ਤੇ ਸ਼ੋਰ ਥੀ ਵੱਧ ਸ਼ੋਰ ਚੀਕਾਂ ਦਾ ਉੱਠਿਆ। ਰੂਹਾਂ ਕੁਰਲਾ ਰਹੀਆਂ ਹਨ। ਇਹ ਆਵਾਜ਼ਾਂ ਪਾਂਪੀ ਦੇ ਜਲਦੇ ਸ਼ਹਿਰ ਥੀ ਨਹੀਂ ਆ ਰਹੀਆਂ। ਇਹ ਟਾਈਟੈਨਿਕ ਜਹਾਜ਼ ਥੀ ਡਿੱਗੇ ਹੋਏ ਕਰੋੜਪਤੀਆਂ ਦੀ ਨੰਗੀ ਤੇ ਕੰਗਾਲ ਰੂਹਾਂ ਦੀ ਪੁਕਾਰ ਨਹੀਂ। ਇਹ ਤਾਂ ਸੰਸਾਰ ਸਾਗਰ ਵਿੱਚ ਸੰਸਾਰ ਬੇੜੀਆਂ ਦੇ ਟੁੱਟ ਜਾਣ ਉੱਪਰ ਸਮੁੰਦਰ ਵਿੱਚ ਢੱਠੀਆਂ ਰੂਹਾਂ ਦੀ ਪੁਕਾਰ ਹੈ। ਇਹ ਪੁਕਾਰ ਸਤਿਗੁਰ ਤੱਕ ਪਹੁੰਚੀ। ਇਸ ਭਿਆਨਕ ਸਾਗਰ ਥੀ ਪਾਰ ਲੰਘਾਉਣ ਵਾਲੇ ਸਤਿਗੁਰੂ ਨਾਨਕ ਜੀ ਹਨ। ਉਹ ਕਲਗੀਆਂ ਵਾਲੇ ਦੇ ਅਕਾਲੀ ਵਾਹਿਗੁਰੂ ਨਾਮ ਦੇ ਬੇੜੇ ਆਏ, ਇਲਾਹੀ ਨੂਰ ਨਾਲ ਚੱਲਦੇ ਹਨ। ਦਿਨ ਚੜ੍ਹ ਗਿਆ। ਆਓ ਭਾਈ, ਜੋ ਜਾਣਾ ਚਾਹੇ ਸਤਿਗੁਰੂ ਦੇ ਜਹਾਜ਼ ਤਿਆਰ ਹਨ। ਮੈਂ ਤਾਂ ਤੱਕਿਆ ਸਤਿਗੁਰੂ ਦੇ ਬੇੜੇ ਵਿੱਚ ਬੈਠਾ ਹਾਂ ਤੇ ਹੋਰ ਕਈ ਬੈਠੇ ਹਨ। ਕਿਸੇ ਜਨਮ ਦੀ ਵੋਟੀ ਬੈਠੀ ਹੈ, ਕਿਸੇ ਜਨਮ ਦੀ ਧੀ ਬੈਠੀ ਹੈ। ਰੂਹਾਂ ਨੂੰ ਪਛਾਣਨ ਲੱਗਾ। ਸਾਰੇ ਮੇਰੇ ਜਾਣੂ ਰੂਹ ਉੱਥੇ ਸਨ। ਬੇੜਾ ਕੀ ਸੀ, ਸਥਲ ਸੀ, ਧਰਤੀ ਸੀ, ਸੱਚਖੰਡ ਹੀ ਸੱਚਖੰਡ ਵਰਤ ਗਿਆ। ਇਸ ਭਿਆਨਕ ਦੁੱਖ ਦੇ ਸਮੇਂ ਕੌਣ ਬੋੜਿਆ? ਹਾਏ, ਉਹ ਜਿਹੜਾ ਮੈਨੂੰ ਮਾਇਆ ਰੰਗਾਂ ਵਿੱਚ ਯਾਦ ਹੀ ਨਹੀਂ ਰਿਹਾ ਸੀ। ਫਿਰ ਦੁਹਰਾ ਦਈਏ, ਇਹ ਤਾਂ ਸੰਸਾਰ ਸਾਗਰ ਵਿੱਚ ਸੰਸਾਰ ਬੇੜੀਆਂ ਦੇ ਟੁੱਟ ਜਾਣ ਉੱਪਰ ਸਮੁੰਦਰ ਵਿੱਚ ਢੱਠੀਆਂ ਰੂਹਾਂ ਦੀ ਪੁਕਾਰ ਹੈ। ਇਹ ਪੁਕਾਰ ਸਤਿਗੁਰ ਤੱਕ ਪਹੁੰਚੀ। ਇਸ ਭਿਆਨਕ ਸਾਗਰ ਥੀ ਪਾਰ ਲੰਘਾਉਣ ਵਾਲੇ ਸਤਿਗੁਰੂ ਨਾਨਕ ਜੀ ਹਨ। ਉਹ ਕਲਗੀਆਂ ਵਾਲੇ ਦੇ ਅਕਾਲੀ ਵਾਹਿਗੁਰੂ ਨਾਮ ਦੇ ਬੇੜੇ ਆਏ, ਇਲਾਹੀ ਨੂਰ ਨਾਲ ਚੱਲਦੇ ਹਨ। ਦਿਨ ਚੜ੍ਹ ਗਿਆ। ਆਓ ਭਾਈ, ਜੋ ਜਾਣਾ ਚਾਹੇ ਸਤਿਗੁਰੂ ਦੇ ਜਹਾਜ਼ ਤਿਆਰ ਹਨ। ਮੈਂ ਤਾਂ ਤੱਕਿਆ ਸਤਿਗੁਰ ਦੇ ਬੇੜੇ ਵਿੱਚ ਬੈਠਾ ਹਾਂ ਤੇ ਹੋਰ ਕਈ ਬੈਠੇ ਹਨ।
ਕਿਸੇ ਜਨਮ ਦੀ ਵੋਟੀ ਬੈਠੀ ਹੈ, ਕਿਸੇ ਜਨਮ ਦੀ ਧੀ ਬੈਠੀ ਹੈ। ਰੂਹਾਂ ਨੂੰ ਪਛਾਣਨ ਲੱਗਾ, ਸਾਰੇ ਮੇਰੇ ਜਾਣੂ ਰੂਹ ਉੱਥੇ ਸਨ। ਬੇੜਾ ਕੀ ਸੀ, ਸਥਲ ਸੀ, ਧਰਤੀ ਸੀ, ਸੱਚਖੰਡ ਹੀ ਸੱਚਖੰਡ ਵਰਤ ਗਿਆ। ਇਸ ਭਿਆਨਕ ਦੁੱਖ ਦੇ ਸਮੇਂ ਕੌਣ ਬੋੜਿਆ? ਹਾਏ ਉਹ ਜਿਹੜਾ ਮੈਨੂੰ ਮਾਇਆ ਰੰਗਾਂ ਵਿੱਚ ਯਾਦ ਹੀ ਨਹੀਂ ਰਿਹਾ ਸੀ। ਹਾਏ ਮੈਨੂੰ ਤਾਂ ਯਾਦ ਹੀ ਨਹੀਂ। ਮੇਰਾ ਮੈਨੂੰ ਭੁੱਲਾ ਜਾਣ, ਮੈਂ ਪਰ ਇਹੋ ਭੁੱਲਾਂ। ਇਹ ਸਤਿਗੁਰੂ ਜੀ ਦਾ ਸੱਚਾ ਬਿਰਧ ਹੈ। ਜਿੱਥੇ ਕੋਈ ਨਾ ਸਹਾਈ ਉੱਥੇ ਉਹ। ਇਸ ਸੰਸਾਰ ਸਾਗਰ ਤਰਾਉਣ ਦੀ ਸਤਿਗੁਰੂ ਜੀ ਦੀ ਸਕੀਮ ਇਲਾਹੀ ਹੈ। ਇਉਂ ਸਿੱਖੀ ਸਾਜੀ, ਇਸੇ ਵਾਸਤੇ ਖਾਲਸਾ ਬਣਾਇਆ। ਪਰ ਹਾਂ ਜੀ, ਹਾਲੇ ਵੀ ਸਿੱਖੀ ਬੜੀ ਔਖੀ, ਸਿੱਖੀ ਬੜੀ ਦੂਰ। ਸਤਿਗੁਰੂ ਨੇ ਕਾਲ ਦੇ ਮੂੰਹ ਥੀ ਕੱਢ ਕੇ, ਸੰਸਾਰ ਸਾਗਰ ਥੀ ਬਚਾ ਕੇ, ਜੀ ਦਾਨ ਦੇ ਕੇ, ਆਪਣੇ ਸਦਾ ਦੇ ਇੱਕ ਰਸ ਰਹਿਣ ਵਾਲੇ ਪ੍ਰੇਮ ਦੇ ਚਾਨਣ ਵਿੱਚ ਆਣ ਰੱਖਿਆ। ਗੁਰੂ ਨਗਰੀ ਸੁਖ ਨਗਰੀ ਵਿੱਚ ਆਨ ਤਰਿਆ। ਪਰ ਹਾਏ ਹੁਣੀ ਤਾਂ ਸਤਿਗੁਰਾਂ ਦੀਆਂ ਅਸਲੀ ਮੁਸੀਬਤਾਂ ਆਰੰਭ ਹੋਈਆਂ। ਇਹ ਕਿਵੇਂ? ਸਤਿਗੁਰੂ ਨੂੰ ਤਾਂ ਕੋਈ ਕਿਸੇ ਗੱਲ ਦਾ ਔਖ ਨਹੀਂ, ਪਰ ਮਾਤ ਲੋਕੀ ਭਾਖਾ ਵਿੱਚ ਇਉਂ ਕਹਿਣਾ ਪੈਂਦਾ ਹੈ। ਫਿਰ ਦੁਹਰਾ ਦਈਏ, ਹਾਂਜੀ, ਇਸ ਸੰਸਾਰ ਸਾਗਰ ਤਰਾਉਣ ਦੀ ਸਤਿਗੁਰੂ ਜੀ ਦੀ ਸਕੀਮ ਇਲਾਹੀ ਹੈ। ਇਉਂ ਸਿੱਖੀ ਸਾਜੀ, ਇਸ ਵਾਸਤੇ ਖਾਲਸਾ ਬਣਾਇਆ। ਪਰ ਹਾਂਜੀ ਹਾਲੇ ਵੀ ਸਿੱਖੀ ਬੜੀ ਔਖੀ, ਸਿੱਖੀ ਬੜੀ ਦੂਰ। ਸਤਿਗੁਰੂ ਨੇ ਕਾਲ ਦੇ ਮੂੰਹ ਥੀ ਕੱਢ ਕੇ, ਸੰਸਾਰ ਸਾਗਰ ਥੀ ਬਚਾ ਕੇ, ਜੀ ਦਾਨ ਦੇ ਕੇ, ਆਪਣੇ ਸਦਾ ਦੇ ਇੱਕ ਰਸ ਰਹਿਣ ਵਾਲੇ ਪ੍ਰੇਮ ਦੇ ਚਾਨਣ ਵਿੱਚ ਆਣ ਰੱਖਿਆ। ਗੁਰੂ ਨਗਰੀ ਸੁਖ ਨਗਰੀ ਵਿੱਚ ਆਨ ਤਰਿਆ। ਪਰ ਹਾਏ ਹੁਣ ਤਾਂ ਸਤਿਗੁਰੂ ਦੀਆਂ ਅਸਲੀ ਮੁਸੀਬਤਾਂ ਆਰੰਭ ਹੋਈਆਂ। ਇਹ ਕਿਵੇਂ? ਸਤਿਗੁਰੂ ਨੂੰ ਤਾਂ ਕੋਈ ਕਿਸੇ ਗੱਲ ਦਾ ਔਖ ਨਹੀਂ, ਪਰ ਮਾਤ ਲੋਕੀ ਭਾਖਾ ਵਿੱਚ ਇਉਂ ਕਹਿਣਾ ਪੈਂਦਾ ਹੈ। ਉਹ ਕੀ ਹੈ? ਇਸ ਦਾ ਵਰਣਨ ਅਸੀਂ ਇਸ ਦੇ ਅਗਲੇ ਹਿੱਸੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।